जो अज के मुख्य मेहमान श्री संजय कपूर जी जो कि बहुत ही वड्डे सीए हैं, चार्टर्ड अकाउंटेंट हैं, पंजाब के बीजेपी के मीडिया पैनलिस्ट हैं। उन्होंने इत्थे आने से पहला सब तो पहला सारे जीव आखते हैं, आस करते हैं कि जो कुछ भी उन्होंने जो साडे देश के मानयोग प्रधानमंत्री श्री नरेंद्र मोदी जी ਅਤੇ फाइनांस मिनिस्टर सीतारमण जी ने जो बजट पेश किया, जो कि आम लोगों तक पहुँचना बहुत जरूरी है, लोगों को जानकारी होनी बहुत जरूरी है, वो बारे विस्तारपूर्वक चानना पाया। मेरे प्रेस वाले वीर बैठे आ, कोई भी बजट संबंधी सवाल आ वो बाद आप कर सकते हैं। सो मेरे तो बहुत ही ज़्यादा सीनियर सारी लीडरशिप बैठी आ, मैं कि नामा तस्वीर च गया फिर बहुत अन्याय भी हो सकता कि ना नहीं भुलिया जाऊगा। सो जिन्हों के नाम बोले गए आ उन्होंने भी धन्यवाद, जिन्हों के नाम नहीं बोल सके वो मेरे दिल के लिखे हुए आ, मैं तुम जानता सारा, ठीक है जी। तो क्योंकि इदा होंदा पोलीटिकल आप बंदे भी मेरा नाम बोलना बहुत जरूरी है, पर जे किसी कारण करके कहता कोई नाम नहीं बोल सके वो वास्ते असीं तुहाडे तों क्षमा दे जा चुके हैं। सो सारिआं नूं वाहिगुरू जी का खालसा वाहिगुरू जी की फतेह। दो तीन आप नारे ला के थोड़ा माहौल नूं गर्म करिए। भारत माता की भारतीय जनता पार्टी। पहले गल हुणे भी क्लीयर की है कि जोड़ा बजट है ना वो ऑल इंडिया ਲਈ है, किसी पर्टिकुलर स्टेट ਲਈ कभी भी नहीं होंदा। वो स्टेट का जोड़ा बजट है वो स्टेट गवर्नमेंट देगी जाके। और जितों तक प्रचार प्रसार की गल तुसीं कहंदे पे हो पंजाब च नहीं, ऑल इंडिया पार्टी के सीनियर लीडरशिप जा रही है, हर जगह ते बजट नूं एक्सप्लेन करती पई है। ਉਹਦੇ ਚ ਕੋਈ ਪਾਰਟਿਕੂਲਰ ਪੰਜਾਬ ਲਈ ਨਹੀਂ ਕੀਤਾ ਜਾ ਰਿਹਾ ਹੈ। ਹਾਲਾਤ ਬਣ ਰਹੇ ਕਿ ਤੁਹਾਨੂੰ ਪ੍ਰਚਾਰ ਕਰਨਾ ਪੈ ਰਿਹਾ ਬਜਟ ਨੂੰ ਲੈ ਕੇ। ਨਹੀਂ ਐਸਾ ਕੁਝ ਨਹੀਂ। ਉਹਦਾ ਮੈਂ ਜਵਾਬ ਪਹਿਲੇ ਦੇ ਸੰਜੇ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਹਿੱਸਾ ਨਹੀਂ ਮੰਨਦੀ ਕਿ ਬਾਰਡਰ ਸਟੇਟ ਹੈ, ਬਹੁਤ ਸਾਰੀਆਂ ਮੰਗਾਂ ਉਠਾਈਆਂ ਗਈਆਂ ਸੀ ਕਿ ਕੇਂਦਰ ਸਰਕਾਰ ਸਹਾਇਤਾ ਨਹੀਂ ਕਰ ਸਕਦੀ, ਕਿ ਪੰਜਾਬ ਨੂੰ ਕਿਸੇ ਸਪੈਸ਼ਲ ਪੈਕੇਜ ਵਿੱਚ ਨਹੀਂ ਰੱਖਿਆ ਜਾ ਸਕਦਾ ਸੀ, ਪੰਜਾਬ ਦੇ ਨੌਜਵਾਨਾਂ ਨੂੰ, ਕਿਸਾਨਾਂ ਨੂੰ ਜਾਂ ਪੰਜਾਬ ਦੇ ਵਿੱਚ ਉਹੋ ਜਿਹੇ ਰੋਜ਼ਗਾਰ ਦੇ ਸਾਧਨ ਉਤਪੰਨ ਕੀਤੇ ਜਾਂਦੇ ਕਿ ਆਉਣ ਵਾਲੇ ਸਮੇਂ 'ਚ ਪੰਜਾਬੀ ਲੋਕ ਵੀ ਕੇਂਦਰ ਸਰਕਾਰ ਦੀ ਨੀਤੀਆਂ ਤੋਂ ਪ੍ਰਭਾਵਿਤ ਹੋਣ। ਦੇਖੋ ਸੀਐਮ ਭਗਵੰਤ ਮਾਨ ਜੀ ਨੇ ਨਾ ਦੋ ਡਿਮਾਂਡਾਂ ਰੱਖੀਆਂ ਸੀ ਜੀ, ठीक है। एक उन्होंने कहा कि सानू 1000 करोड़ रुपया चाहिए है कि ड्रोन्स ਲਈ ਜਿਹੜੇ ਬਾਰਡਰ ਤੇ ਆਪਾਂ BSF ਨੂੰ ਪ੍ਰੋਵਾਈਡ ਕਰ ਸਕੀਏ। ਦੂਜੀ ਉਹਨਾਂ ਨੇ ਕਿਹਾ ਹੈਗਾ ਸੀ ਕਿ ਬਈ 5 ਜਿੱਥੇ ਸਾਡੇ ਰਿਲੀਜੀਅਸ ਤਖਤ ਹੈਗੇ ਹੈ ਉਹਨਾਂ ਨੂੰ ਜੋੜਨ ਲਈ ਟ੍ਰੇਨ ਦੀ ਉਹਨਾਂ ਨੇ ਰਿਕੁਆਇਰਮੈਂਟ ਕੱਢੀ ਸੀ। ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ, ਆਪਾਂ ਡਿਫੈਂਸ ਦਾ ਬਜਟ 5.25 ਲੱਖ ਕਰੋੜ ਸੀ ਪਿਛਲੇ ਸਾਲ, ਇਸ ਸਾਲ 5.94 ਲੱਖ ਕਰੋੜ ਕੀਤਾ ਹੈਗਾ। ਉਹਨਾਂ ਦਾ ਸੁਜੈਸ਼ਨ ਆ ਗਿਆ ਹੈਗਾ ਵਾ, ਹੋ ਸਕਦਾ ਹੈ ਕਿ ਸੈਂਟਰਲ ਗਵਰਨਮੈਂਟ ਦੀ ਪਲੈਨਿੰਗ ਇਹ ਤੋਂ ਵੀ ਜ਼ਿਆਦਾ ਖਰਚ ਕਰਨ ਦੀ ਹੋਵੇ ਬਾਰਡਰ ਤੇ, ਕਿਉਂਕਿ ਜਦੋਂ ਬਜਟ ਇੱਕ ਵਾਰੀ ਐਲੋਕੇਟ ਹੋ ਗਿਆ ਮਿਨਿਸਟਰੀ ਨੂੰ, ਉਹਦੇ ਬਾਅਦ ਮਿਨਿਸਟਰੀ ਨੇ ਦੇਖਣਾ ਕਿ ਉਹ ਪੈਸਾ ਕਿੱਥੇ ਖਰਚ ਕਰਨਾ ਹੈ। ਉਹ ਪਰਟੀਕੂਲਰਲੀ ਸਟੇਟ ਦੇ ਐਂਗਲ ਨਾਲ ਖਰਚ ਨਹੀਂ ਹੋਣਾ ਹੈਗਾ ਜਾ ਕੇ। ਔਰ ਜਿਸ ਤਰ੍ਹਾਂ ਦੀ ਟ੍ਰੇਨਸ ਦੀ ਵੀ ਗੱਲ ਕੀਤੀ, 1,40,000 ਕਰੋੜ ਦਾ ਸਾਡਾ ਬਜਟ ਸੀ ਪਿਛਲੇ ਸਾਲ ਰੇਲਵੇ ਦਾ, ਜਿਹੜਾ 1 ਲੱਖ ਕਰੋੜ ਰੁਪਇਆ ਇਸ ਬਜਟ ਦੇ ਛਾਪਾ ਵਧਾ ਕੇ 2,40,000 ਕਰੋੜ ਕੀਤਾ। ਭਗਵੰਤ ਮਾਨ ਜੀ ਆਪਣੇ ਜਿਹੜੇ ਸੁਜੈਸ਼ਨ ਹੈ ਸੈਂਟਰਲ ਗਵਰਨਮੈਂਟ ਨੂੰ ਦੇਣ, ਔਰ ਜੇ ਸਾਨੂੰ ਲੱਗਦਾ ਹੈਗਾ ਵਾ ਕਿ ਕਰਨਾ ਚਾਹੀਦਾ, ਔਰ ਸਾਡੀ ਬਿਲਕੁਲ ਇੱਛਾ ਵੀ ਇਹੀ ਹੈ, ਆਪਾਂ ਜ਼ਰੂਰ ਡੈਫੀਨਿਟਲੀ ਟ੍ਰੇਨ। ਪਰ ਪੱਤਰਕਾਰ ਜਿਹੜੇ ਆ ਦੇਖੋ ਸਵਾਲ ਹੈ ਕਿ ਇਹ ਗੱਲ ਆਪਾਂ ਮੋਦੀ ਜੀ ਬਾਰੇ ਬੜਾ ਕੁਝ ਕਹਿੰਦੇ ਹੈਗੇ ਆ। ਮੋਦੀ ਜੀ ਦਾ ਬੜਾ ਸੌਫਟ ਕਾਰਨਰ ਹੈ ਪੰਜਾਬ ਵੱਲ, ਪੰਜਾਬੀਆਂ ਵੱਲ ਔਰ ਪੰਜਾਬੀਅਤ। ਸਰ ਮੇਰੀ ਗੱਲ ਤਾਂ ਗਏ ਆ ਪੰਜਾਬ ਦੇ ਮੈਂ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ। 2014 ਤੱਕ ਨਾ ਜਿਹੜਾ ਸਾਡਾ ਨੈਸ਼ਨਲ ਹਾਈਵੇ ਪੰਜਾਬ 'ਚ ਬਣਿਆ ਸੀ ਨਾ, ਉਹ ਬਣਿਆ ਸੀ 800 ਕਿਲੋਮੀਟਰ, ਔਰ 2014 ਤੋਂ ਲੈ ਕੇ 22 ਤੱਕ ਆਪਾਂ 2400 ਕਿਲੋਮੀਟਰ ਨੈਸ਼ਨਲ ਹਾਈਵੇ ਬਣਾਇਆ ਹੈਗਾ ਵਾ। ਇਹ ਆਪਣੇ ਆਪ 'ਚ ਬੜੀ ਵੱਡੀ ਅਚੀਵਮੈਂਟ ਹੈ। ਪੱਤਰਕਾਰ ਪੰਜਾਬੀਅਤ ਦਾ ਸਨਮਾਨ ਕਰਦੇ ਹੋਏ, ਪੰਜਾਬੀਅਤ ਦਾ ਸਨਮਾਨ ਕਰਦੇ ਹੋਏ ਜਾ ਕੇ ਵੀਰ ਬਾਲ ਦਿਵਸ ਉਹਨਾਂ ਨੇ ਕੀਤਾ, ਉਹਨਾਂ ਦੀ ਭਾਵਨਾਵਾਂ ਬੇਸਿਕਲੀ ਸਮਝਦੇ ਹੋਏ। ਕਰਤਾਰਪੁਰ ਕੋਰੀਡੋਰ ਸਾਡੀ ਗਵਰਨਮੈਂਟ ਦੇ ਟੈਨਿਓਰ ਦੇ ਵਿੱਚ ਖੁੱਲਿਆ ਹੈਗਾ। ਦੇਖੋ ਬੈਨੀਫਿਟ ਤੇ ਦੇਖੋ ਬੇਸਿਕਲੀ ਡੈਫੀਨਿਟਲੀ ਆਉਂਦੇ ਅੱਜ ਇੰਨਾ ਸ਼ਰਧਾਲੂ ਹੈ, ਇੰਨੇ ਲੋਕਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ ਸੀ ਉੱਥੇ ਬੇਸਿਕਲੀ ਜਾ ਕੇ, ਬੈਨੀਫਿਟ ਤੇ ਹੈ ਹੀ ਹੈ। ਸਰ ਪੰਜਾਬ ਦੇ ਸਰ ਮੇਰੀ ਗੱਲ ਦਾ ਜਵਾਬ ਨਹੀਂ, ਜਿਹੜੇ ਪੱਤਰਕਾਰ ਆਪਣੀ ਅਸੀਂ ਮੈਡੀਕਲ ਤਿਆਰ ਕਰ ਰਹੇ ਹਾਂ। ਸਰ ਇੱਕ ਮਿੰਟ ਮੈਂ ਕਰ ਲਾਂ ਆਮ ਆਦਮੀ ਪਾਰਟੀ ਸਰਕਾਰ ਆਈ ਪਿੱਛੇ ਜੇ ਭਗਵੰਤ ਮਾਨ ਨਿਰੀਖਣ ਕਰਕੇ ਗਏ ਆ, ਕਹਿੰਦੇ ਮੈਡੀਕਲ ਕਾਲਜ ਜਿਹੜਾ ਪੰਜਾਬ ਸਰਕਾਰ ਬਣਾ ਰਹੀ ਆ। ਹੁਣ ਤੁਸੀਂ ਇਹ ਦੱਸੋ ਵੀ ਕੇਂਦਰ ਸਰਕਾਰ ਦਾ ਕਿੰਨਾ ਹਿੱਸਾ ਵਾ ਇਸ ਮੈਡੀਕਲ ਵਿੱਚ, ਔਰ ਪੰਜਾਬ ਸਰਕਾਰ ਦਾ ਕਿੰਨਾ ਹਿੱਸਾ, ਕੇਂਦਰ ਸਰਕਾਰ ਕਿੰਨਾ ਜਿਹੜਾ ਵਾ ਪੈਸਾ ਮੈਡੀਕਲ ਕਾਲਜ ਨੂੰ ਦੇ ਚੁੱਕੀ ਹੈ?
ਦੇਖੋ ਐਗਜ਼ੈਕਟ ਡਾਟਾ ਤੇ ਮੇਰੇ ਪਾਸ ਨਹੀਂ ਹੈਗਾ, ਤੁਹਾਨੂੰ ਚਾਹੀਦਾ ਹੋਏਗਾ ਮੈਂ ਬਾਅਦ ਚੋਂ ਡਾਟਾ ਪ੍ਰੋਵਾਈਡ ਕਰ ਦਿਆਂਗਾ ਬੇਸਿਕਲੀ। ਸੰਜੇ ਜੀ ਆਰਗੇਨਿਕ ਖੇਤੀ ਦੀ ਗੱਲ ਹੋਈ ਹੈ, ਕਿਤੇ ਲੱਗਦਾ ਨਹੀਂ ਕਿ ਤੁਹਾਨੂੰ ਵੀ ਲੱਗਦਾ ਹੋਵੇ ਕਿ ਵੱਡੀਆਂ ਕੰਪਨੀਆਂ ਆ ਕੇ ਛੋਟੇ ਫਾਰਮਰਸ ਨੂੰ ਹਾਈਜੈਕ ਕਰ ਲੈਣਗੀਆਂ ਇਸ ਆਰਗੇਨਿਕ ਖੇਤੀ ਲਈ, ਕਿਉਂਕਿ ਕਿਸਾਨ ਨੂੰ ਤਾਂ ਪਲੇਟਫਾਰਮ ਤੇ ਤਿਆਰ ਕੀਤਾ ਹੀ ਨਹੀਂ ਗਿਆ, ਕਿਉਂਕਿ ਵੱਡੀਆਂ ਕੰਪਨੀਆਂ ਇਹ ਪ੍ਰੋਜੈਕਟ ਲੈ ਕੇ ਆ ਰਹੀਆਂ ਨੇ, ਕਿਤੇ ਵੱਡੀਆਂ ਕੰਪਨੀਆਂ ਕੈਪਚਰ ਨਾ ਕਰ ਜਾਣ। ਬੈਨੀਫਿਟ ਵੱਡੀ ਕੰਪਨੀਆਂ ਨੂੰ ਮਿਲੇਗਾ। ਦੇਖੋ ਗੱਲ ਪਤਾ ਕੀ ਹੈ, ਮੈਂ ਤੁਹਾਨੂੰ ਪਹਿਲੇ ਵੀ ਇੱਕ ਗੱਲ ਕਹੀ ਹੈ ਕਿ ਚੇਂਜ ਜਿਹੜਾ ਪਰਿਵਰਤਨ ਹੈ ਨਾ ਉਹ ਸੰਸਾਰ ਦਾ ਨਿਯਮ ਹੈ। ਆਪਾਂ ਚਾਹੁੰਦੇ ਤੇ ਐਵੇਂ ਕਿ ਹੋਵੇ ਸਭ ਕੁਝ, ਪਰ ਪਰਿਵਰਤਨ 'ਚ ਜਾਣਾ ਨਹੀਂ ਚਾਹੁੰਦੇ ਤੇ ਫਿਰ ਚੇਂਜ ਕਿਸ ਤਰ੍ਹਾਂ ਆਏਗਾ। 1947 ਤੋਂ ਲੈ ਕੇ ਅੱਜ ਤੱਕ ਆਪਾਂ ਕਿਸਾਨਾਂ ਨੂੰ ਉਹੀ ਲੀਕ ਤੇ ਚਲਾਉਂਦੀ ਆਈ ਹੈ ਗਵਰਨਮੈਂਟ, ਕੁਝ ਬਦਲਾਵ ਨਹੀਂ ਕੀਤਾ ਜੋ ਚੱਲਦੀਆਂ ਆਈਆਂ। ਕਿਆ ਕਿਸਾਨਾਂ ਦੇ ਹਾਲਾਤ ਬਦਲ ਗਏ? ਮੇਰਾ ਸਵਾਲ ਤੁਹਾਨੂੰ ਹੈ, ਨਹੀਂ ਬਦਲੇ। ਸੋ ਗਵਰਨਮੈਂਟ ਚਾਹੁੰਦੀ ਹੈ, ਗਵਰਨਮੈਂਟ ਵਾਕਈ ਸੀਰੀਅਸ ਹੈ ਕਿ ਕਿਸਾਨਾਂ ਦੀ ਇਨਕਮ ਨੂੰ ਵਧਾਇਆ ਜਾਵੇ। ਇਸ ਲਈ ਆਪਾਂ ਕੋਈ ਨਵੇਂ ਜਿਹੜੇ ਚੇਂਜਸ ਲਿਆਉਣ ਦੀ ਕੋਸ਼ਿਸ਼ ਕਰਨੇ ਪਏ, ਸਮਝਾਵਾਂਗੇ, ਨਹੀਂ ਸਮਝਾ ਪਾਏ ਸੀ ਜੋ ਕਰਾਂਗੇ ਸਮਝਾ ਕੇ ਕਰਾਂਗੇ। ਲਗਾ ਹੈ ਕਿ ਕਿਸਾਨਾਂ ਲਈ ਬਹੁਤ ਨਰਿੰਦਰ ਮੋਦੀ ਜੀ ਚਿੰਤਿਤ ਹੈ। ਸੋ ਇਸ ਗੱਲ ਨੂੰ ਸਾਡੀ ਬੀਜੇਪੀ ਗਵਰਨਮੈਂਟ ਦਾ ਬਿਲਕੁਲ ਕਮਿਟਮੈਂਟ ਹੈਗੀ ਹੈ ਕਿ ਆਪਾਂ ਕਿਸਾਨਾਂ ਦੀ ਇਨਕਮ ਡਬਲ ਕਰਨਾ ਚਾਹੁੰਦਾ। ਪਰ ਮੈਂ ਇੱਕ ਗੱਲ ਤੁਹਾਡਾ ਸ਼ੇਅਰ ਵੀ ਕਰਨਾ ਚਾਹੁੰਦਾ, 1947 ਤੋਂ ਲੈ ਕੇ ਅੱਜ ਤੱਕ ਇਹ ਕਿਸਾਨ ਬਿੱਲਾਂ ਦਾ ਵਿਰੋਧ ਹੋਇਆ, ਮੈਂ ਐਗਰੀ ਕਰਨਾ ਤੁਹਾਡੇ ਨਾਲ, ਕੁਝ ਕਮੀਆਂ ਰਹੀਆਂ ਹੋਣਗੀਆਂ, ਮੈਂ ਇਸ ਗੱਲ ਨੂੰ ਡਿਨਾਈ ਨਹੀਂ ਕਰਦਾ। ਬਟ ਕਿਆ ਆਪਾਂ 1947 ਤੋਂ ਲੈ ਕੇ ਅੱਜ ਤੱਕ ਇੱਕੋ ਹੀ ਲੀਕ ਤੇ ਚੱਲਦੇ ਆਏ ਆ? ਕਿਆ ਆਪਾਂ ਕਿਸਾਨਾਂ ਦੀ ਇਨਕਮ ਵਧਾ ਲਿੱਤੀ ਸੀ ਉਹਦੇ ਨਾਲ? ਜਦੋਂ ਵੀ ਤੁਸੀਂ ਕੁਝ ਚਾਹੁੰਦੇ ਹੋ ਨਾ ਕਿ ਚੇਂਜ ਆਵੇ ਤੇ ਉਹਦੇ ਲਈ ਤੁਹਾਨੂੰ ਕੁਝ ਮੇਜਰ ਚੇਂਜਸ ਕਰਨੇ ਹੀ ਪੈਣੇ ਹੈ। ਉਹ ਐਕਸਪੈਰੀਮੈਂਟ ਫੇਲ ਵੀ ਹੋ ਸਕਦਾ ਹੈ, ਪਾਸ ਵੀ ਹੋ ਸਕਦਾ ਹੈ। ਸਰਕਾਰ ਦੀ ਨੀਅਤ ਹਮੇਸ਼ਾ ਇਹੀ ਹੁੰਦੀ ਹੈ ਕਿ ਐਕਸਪੈਰੀਮੈਂਟ ਪਾਸ ਹੋਵੇ, ਕਿਉਂਕਿ ਐਡੀ ਵੱਡੀ ਆਬਾਦੀ ਹੈ ਸਾਡੀ ਜਿਹੜੀ ਫਾਰਮਿੰਗ ਦੇ ਨਾਲ ਜੁੜੀ ਪਈ ਹੈ। 60 ਤੋਂ 65 ਕਰੋੜ ਲੋਕ ਅੱਜ ਵੀ ਦੇਸ਼ ਦੇ ਵਿੱਚ ਫਾਰਮਿੰਗ ਨਾਲ ਜੁੜੇ ਹੈ। ਸਰਕਾਰ ਦੀ ਕੋਈ ਮੈਲਾਫਾਈਡ ਇੰਟੈਂਸ਼ਨ ਨਹੀਂ ਹੁੰਦੀ ਕਿ 60-65 ਕਰੋੜ ਲੋਕਾਂ ਨੂੰ ਉਹ ਖਰਾਬ ਕਰਨਾ ਚਾਹੁੰਦੀ ਹੈ, ਉਹਨਾਂ ਦਾ ਸੁਧਾਰ ਕਰਨਾ ਚਾਹੁੰਦੀ ਹੈ। ਬਟ ਅਨਫੋਰਚੂਨੇਟਲੀ ਪਿਛਲੇ ਟਾਈਮ ਤੇ ਜੋ ਹੋਇਆ ਤੁਹਾਡੇ ਸਾਹਮਣੇ ਹੈ। ਸਰਕਾਰ ਟੋਟਲੀ ਕਮਿਟਡ ਹੈਗੀ ਹੈ, ਆਪਾਂ ਹਰ ਤਰੀਕੇ ਫਾਰਮਿੰਗ ਨੂੰ ਪ੍ਰਮੋਟ ਕਰਾਂਗੇ, ਸਾਡੀ ਆਪਣੀ ਕਮਿਟਮੈਂਟ ਤੇ ਆਪਾਂ ਕਾਇਮ ਆ, ਔਰ ਅੱਗੇ ਵੀ ਆਉਣ ਵਾਲੇ ਟਾਈਮ ਤੇ ਕਿਸਾਨਾਂ ਲਈ ਕੁਝ ਨਾ ਕੁਝ ਚੱਲਦਾ ਹੀ। ਪਰ ਕੀ ਕਰਜ਼ਿਆਂ ਦੀ ਹੱਦ ਵਧਾ ਕੇ ਕਿਸਾਨ ਤਾਂ ਹੋਰ ਕਰਜ਼ਾਈ ਹੋਊਗਾ ਉਹਦੇ ਨਾਲ? ਦੇਖੋ ਗੱਲ ਪਤਾ ਕੀ ਹੈ, ਕਰਜ਼ਾ ਤੇ ਉਹਨੂੰ ਜ਼ਰੂਰਤ ਹੁੰਦੀ ਹੈ, ਉਹਨੂੰ ਆਪਣੀ ਫਸਲਾਂ ਦੀ ਲੋੜ ਹੈਗੀ ਉਹ ਹੈ। ਤੇ ਐਗਰੀ ਆਪਾਂ ਜਿਸ ਤਰ੍ਹਾਂ ਹੁਣ ਰੂਰਲ ਏਰੀਆ ਦੇ ਵਿੱਚ ਐਗਰੀ ਸਟਾਰਟਅਪ ਯੂਨਿਟਸ ਦੀ ਗੱਲ ਕੀਤੀ ਹੈ। ਕੱਲ ਨੂੰ ਜਿਹੜੀ ਫਸਲ ਆਉਂਦੀ ਹੈ, ਜੇ ਉਹ ਰੂਰਲ ਏਰੀਆ ਕੋਈ ਸਟਾਰਟਅਪ ਯੂਨਿਟ ਲੱਗਾ ਹੋਏਗਾ, ਉੱਥੇ ਉਹ ਫਸਲ ਦੇ ਕੇ ਆਪਣੇ ਯੂਨਿਟ ਨੂੰ ਫੂਡ ਪ੍ਰੋਸੈਸਿੰਗ ਨੂੰ ਸਟਾਰਟ ਕਰ ਸਕਦੀ ਹੈ, ਬਿਜ਼ਨਸ ਨੂੰ। ਸਟੋਰੇਜ ਕੈਪੈਸਿਟੀ ਵਧਾਉਣ ਦੀ ਗੱਲ ਕੀਤੀ ਹੈ ਕਿ ਜਿਹੜਾ ਅੰਨ ਸਾਡਾ ਸੜ ਜਾਂਦਾ ਹੈ 40% ਦੇ ਕਰੀਬ ਵੀ ਸਟੋਰੇਜ ਹੋਏਗੀ, ਉਹਦਾ ਐਡਵਾਂਟੇਜ ਕਿਸਾਨ ਨੂੰ ਆਏਗਾ ਕਿ ਜਿਹੜਾ ਉਹਦਾ ਬੇਕਾਰ ਹੋ ਰਿਹਾ ਸੀ। ਸੋ ਸਰਕਾਰ ਬਿਲਕੁਲ ਸੀਰੀਅਸ ਹੈਗੀ ਹੈ ਇਸ ਮੁੱਦੇ ਨੂੰ ਲੈ ਕੇ, ਔਰ ਕਿਸਾਨਾਂ ਦੇ ਪ੍ਰਤੀ ਖਾਸ ਤੌਰ ਤੇ ਬਹੁਤ ਸੀਰੀਅਸ। ਖੇਡਾਂ ਲਈ ਬਜਟ ਦੇ ਉੱਤੇ ਚਰਚਾ ਕਰਦੇ ਆ। ਸਰਕਾਰ ਨੇ ਮਹਿੰਗਾਈ ਤੇ ਕਾਬੂ ਪਾਉਣ ਲਈ ਕੋਈ ਵੀ ਬਜਟ ਜਿਹੜਾ ਵਾ ਪੇਸ਼ ਨਹੀਂ ਕੀਤਾ, ਕੀ ਕਹੋਗੇ? ਦੇਖੋ ਮਹਿੰਗਾਈ ਅਗਰ ਤੁਸੀਂ ਅੱਜ ਦੇਖੋ ਕਿ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹੜੀ ਹੈ ਉਹ ਸਿੰਗਲ ਡਿਜਿਟ 'ਚ ਹੈਗੀ ਹੈ, ਔਰ ਹੋਲਸੇਲ ਪ੍ਰਾਈਸ ਇੰਡੈਕਸ ਵੀ ਸਿੰਗਲ ਡਿਜਿਟ ਦੇ ਵਿੱਚ ਹੈਗੀ ਹੈ। ਯੂਪੀਏ ਗਵਰਨਮੈਂਟ ਜਦੋਂ ਗਈ ਸੀ ਉਸ ਟਾਈਮ ਜਿਹੜੀ ਇਨਫਲੇਸ਼ਨ ਸੀ ਡਬਲ ਡਿਜਿਟ ਦੇ ਵਿੱਚ ਹੈਗੀ ਸੀ। ਸੋ ਮੈਂ ਸਮਝਦਾ 350 ਦਾ ਸਿਲੰਡਰ ਸੀ, ਹੁਣ 1100 ਦਾ। ਤੁਸੀਂ ਉਸ ਅਮਾਉਂਟ ਨਾਲ ਮੈਜ਼ਰ ਨਾ ਕਰੋ। ਬੇਸਿਕਲੀ ਕੀ ਹੈਗਾ ਕਿ ਜਦੋਂ ਤੁਸੀਂ ਉਹਦੀ ਇਨਫਲੇਸ਼ਨ ਇੰਡੈਕਸ ਦੇਖੋ ਨਾ, ਔਰ ਸਿੰਗਲ ਡਿਜਿਟ ਅੱਜ ਦੀ ਡੇਟ 'ਚ ਇਨਫਲੇਸ਼ਨ ਹੈਗੀ ਹੈ। ਔਰ ਦੂਸਰੀ ਗੱਲ ਤੁਹਾਡੀ ਜਾਣਕਾਰੀ 'ਚ ਵੀ ਦੱਸ ਦਿੰਦਾ ਹਾਂ ਕਿ ਆਲ ਓਵਰ ਵਰਲਡ ਕੋਵਿਡ ਨੇ ਸਾਰੇ ਵਰਲਡ ਦੀ ਇਕਨੋਮੀਜ਼ ਨੂੰ ਹਿਲਾ ਕੇ ਰੱਖਿਆ ਹੈਗਾ। ਯੂਕਰੇਨ ਰਸ਼ੀਆ ਵਾਰ ਨੇ ਇਕਨੋਮੀਜ਼ ਨੂੰ ਹਿਲਾ ਕੇ ਰੱਖਿਆ। ਈਵਨ ਤੁਸੀਂ ਕੈਨੇਡਾ ਉੱਤੇ ਇੰਗਲੈਂਡ ਚਲੇ ਜਾਓ, ਜਿਹੜਾ એનર્ਜੀ ਬਿੱਲ 400 ਪਾਉਂਡ ਆਉਂਦਾ ਸੀ, ਅੱਜ 1200 ਪਾਉਂਡ ਆ ਰਹੇ ਹੈ। ਸਾਰੀ ਅੱਜ ਆਪਾਂ ਇਹ ਸਮਝਦੇ ਹਾਂ ਕਿ ਸਾਡੀ ਆਪਣੀ ਦੇਸ਼ ਦੀ ਬੜੀ ਵੱਡੀ ਅਚੀਵਮੈਂਟ ਹੈਗੀ ਹੈ ਕਿ ਆਪਾਂ ਸਸਟੇਨ ਕਰਨੇ ਪਏ ਔਰ ਬੜੇ ਅੱਛੇ ਸਸਟੇਨ ਕਰਨੇ ਪਏ ਹੈਗੇ ਆ। ਅਗਰ ਤੁਸੀਂ ਕੰਪੇਅਰ ਕਰੋ ਕਿ ਬਾਕੀ ਏਸ਼ੀਅਨ ਇਕਨੋਮੀਜ਼ ਨਾਲ, ਆਪਾਂ ਬਹੁਤ ਬੈਟਰ ਹਾਲਾਤਾਂ ਦੇ ਵਿੱਚ। ਕੋ ਪਾਬੰਦੀ ਤੇ ਫਰਟੀਲਾਈਜ਼ਰਸ ਤੇ ਨਹੀਂ ਲਗਾਈ ਜਾ ਸਕਦੀ, ਤੁਹਾਨੂੰ ਵੀ ਪਤਾ ਹੈਗਾ ਵਾ ਕਿ ਸ਼ਰਾਬ ਵੀ ਬੇਸਿਕਲੀ ਹੈ, ਪਰ ਸ਼ਰਾਬ ਤੇ ਵੀ ਪਾਬੰਦੀ ਨਹੀਂ ਲੱਗਦੀ। ਬਾਕੀ ਇਹ ਹੈ ਕਿ ਸਰਕਾਰ ਦਾ ਬਿਲਕੁਲ ਕਲੀਅਰ ਕੱਟ ਹੈਗਾ ਵਾ ਕਿ ਉਹ ਆਪਾਂ ਆਰਗੈਨਿਕ ਔਰ ਨੈਚੁਰਲ ਫਾਰਮਿੰਗ ਨੂੰ ਪ੍ਰਮੋਟ ਕਰਨੇ ਆ, ਔਰ ਜਿਹੜੇ ਲੋਕ ਉਹਨੂੰ ਅਡਾਪਟ ਕਰਨਗੇ ਉਹਨਾਂ ਨੂੰ ਆਪਾਂ ਇਨਸੈਂਟਿਵਸ ਵੀ। ਉਹਨੇ ਗੱਲ ਕੀਤੀ ਹੈ ਕੈਪੀਟਲ ਐਕਸਪੈਂਡੀਚਰ 10 ਲੱਖ ਕਰੋੜ ਰੁਪਏ ਆਪਾਂ ਖਰਚਣਾ ਵਾ। ਹੁਣ ਉਹਦੇ ਵਿੱਚ ਜਦੋਂ ਮਿਨਿਸਟਰੀਜ਼ ਨੂੰ ਐਲੋਕੇਟ ਹੋਏਗਾ ਨਾ, ਉਹਦੇ ਵਿੱਚ ਹਰ ਚੀਜ਼ ਦੀ ਅੱਗੇ ਪਲੈਨਿੰਗ ਹੋਏਗੀ। ਐਗਜ਼ੈਕਟ ਬਜਟ 'ਚ ਇਹ ਚੀਜ਼ਾਂ ਨੂੰ ਐਲਾਨ ਨਹੀਂ ਕੀਤਾ ਜਾਂਦਾ। ਨਹੀਂ, ਖੇਡ ਤਾਂ ਇੱਕ ਅਹਿਮ ਹਿੱਸਾ ਨਾ ਪੂਰੀ ਦੁਨੀਆ 'ਚ, ਜੋ ਹਸ਼ਰ ਹੁੰਦਾ ਤੁਹਾਨੂੰ ਪਤਾ ਹੀ ਆ। ਮੈਂ ਕਹਿ ਰਿਹਾ ਕਿ ਵੀ ਕੈਪੀਟਲ ਐਕਸਪੈਂਡੀਚਰ ਬੇਸਿਕਲੀ 10 ਲੱਖ ਕਰੋੜ ਦਾ ਪ੍ਰਾਵਧਾਨ ਹੈ ਸਾਡਾ। ਉਹਦੇ ਵਿੱਚ ਸਾਡੇ ਐਜੂਕੇਸ਼ਨਲ ਇੰਸਟੀਚਿਊਟ ਬਣਨਗੇ, ਮੈਡੀਕਲ ਬਣਨਗੇ, ਸਪੋਰਟਸ ਲਈ ਬਣਨਗੇ, ਸਟੇਡੀਅਮ ਬਣਨਗੇ, ਇਨਫਰਾਸਟ੍ਰਕਚਰ ਦਾ ਪੈਸਾ ਲੱਗੇਗਾ ਜਾ ਕੇ। तो ਜਦੋਂ ਮਿਨਿਸਟਰੀਜ਼ ਨੂੰ ਐਲੋਕੇਟ ਹੋਏਗਾ, ਉਹ ਜਿਸ ਤਰ੍ਹਾਂ ਰਿਕੁਆਇਰਮੈਂਟ ਆਏਗੀ ਪੈਸਾ ਖਰਚ ਕੀਤਾ ਜਾਏਗਾ। ਸਾਰੇ ਇੱਕ ਸਵਾਲ ਹੈ ਨਹੀਂ ਜੋ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਸੰਜੇ ਕਪੂਰ ਜੀ, ਜੋ ਕਿ ਬਹੁਤ ਹੀ ਵੱਡੇ ਸੀਏ ਹਨ, ਚਾਰਟਰਡ ਅਕਾਊਂਟੈਂਟ ਹਨ,
ਅਤੇ ਪੰਜਾਬ ਦੇ ਬੀਜੇਪੀ ਦੇ ਮੀਡੀਆ ਪੈਨਲਿਸਟਾਂ ਉਹਨਾਂ ਨੂੰ ਇੱਥੇ ਆਉਣ ਤੇ ਪਹਿਲਾਂ ਸਭ ਤੋਂ ਪਹਿਲਾਂ ਸਾਰੇ ਜੀਓ ਆਖਦੇ ਹਾਂ ਅਤੇ ਆਸ ਕਰਦੇ ਹਾਂ ਕਿ ਜੋ ਕੁਝ ਵੀ ਉਹਨਾਂ ਨੇ ਜੋ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਫਾਈਨਾਂਸ ਮਿਨਿਸਟਰ ਸੀਤਾਰਮਨ ਜੀ ਨੇ ਜੋ ਬਜਟ ਪੇਸ਼ ਕੀਤਾ, ਜੋ ਕਿ ਆਮ ਲੋਕਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ, ਲੋਕਾਂ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ, ਉਹਦੇ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਮੇਰੇ ਪ੍ਰੈਸ ਵਾਲੇ ਵੀਰ ਬੈਠੇ ਆ, ਕੋਈ ਵੀ ਬਜਟ ਸੰਬੰਧੀ ਸਵਾਲ ਆ ਉਹ ਬਾਅਦ ਚ ਆਪਾਂ ਕਰ ਸਕਦੇ ਆ। ਸੋ ਮੇਰੇ ਤੋਂ ਬਹੁਤ ਹੀ ਜ਼ਿਆਦਾ ਸੀਨੀਅਰ ਸਾਰੀ ਲੀਡਰਸ਼ਿਪ ਬੈਠੀ ਆ, ਮੈਂ ਕਿਹਦਾ ਨਾਮ ਹੈ ਤਸਵੀਰ 'ਚ ਗਿਆ ਤੇ ਬਹੁਤ ਇਹਦਾ ਅਨਿਆਂ ਵੀ ਹੋ ਸਕਦਾ, ਕਿਹਦਾ ਨਾਂ ਨਹੀਂ ਭੁੱਲਿਆ ਜਾਊਗਾ। ਸੋ ਜਿਨ੍ਹਾਂ ਦੇ ਨਾਮ ਬੋਲੇ ਗਏ ਆ ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਦੇ ਨਾਂ ਨਹੀਂ ਬੋਲ ਸਕੇ ਉਹ ਮੇਰੇ ਦਿਲ ਦੇ ਵਿੱਚ ਲਿਖੇ ਹੋਏ ਆ, ਮੈਂ ਤੁਹਾਨੂੰ ਜਾਣਦਾ ਸਾਰਿਆਂ ਨੂੰ, ਠੀਕ ਹੈ ਜੀ। ਤੇ ਕਿਉਂਕਿ ਇਦਾਂ ਹੁੰਦਾ ਪੋਲੀਟੀਕਲ ਆਪਾਂ ਬੰਦੇ ਨੂੰ ਵੀ ਮੇਰਾ ਨਾਮ ਬੋਲਣਾ ਬਹੁਤ ਜ਼ਰੂਰੀ ਹੈ, ਪਰ ਜੇ ਕਿਸੇ ਕਾਰਨ ਕਰਕੇ ਕਿਸੇ ਦਾ ਕੋਈ ਨਾਂ ਨਹੀਂ ਬੋਲ ਸਕੇ ਉਹਦੇ ਵਾਸਤੇ ਅਸੀਂ ਤੁਹਾਡੇ ਤੋਂ ਖਿਮਾ ਦੇ ਜਾ ਚੁੱਕੇ ਹਾਂ। ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਤਿੰਨ ਆਪਾਂ ਨਾਰੇ ਲਾ ਕੇ ਥੋੜਾ ਮਾਹੌਲ ਨੂੰ ਗਰਮ ਕਰੀਏ। भारत माता की जय, भारतीय जनता पार्टी जिंदाबाद।